ਜਿਹੜਾ ਕੋਟਕਪੂਰੇ ਦਾ ਇੰਸੀਡੈਂਟ ਹੈ ਉਹਦੇ ਬਾਰੇ 192 FIR ਜਿਹੜੀ ਸੀ ਪਹਿਲੇ ਰਜਿਸਟਰ ਹੋ ਚੁੱਕੀ ਸੀ। ਜਿਹੜੀ 2015 ਦੀ FIR ਹੈ ਉਹ ਤੇ ਥਾਣੇਦਾਰ SHO ਜਿਹੜਾ ਹੈਗਾ ਸੀ ਉਹਨੇ ਖੁਦ ਹੀ ਲੌਂਚ ਕੀਤੀ, ਫਿਰ ਆਪਣੇ ਸਬੋਰਡੀਨੇਟ ਨੂੰ ASA ਨੂੰ ਦੇ ਦਿੱਤੀ। ਉਹਨੇ ਆਪ ਕਿਉਂ ਨਾ ਇਹਦੀ ਅਕਾਊਂਟ ਤੇ ਉਹਦੀ ਇਨਵੈਸਟੀਗੇਸ਼ਨ ਨਾ ਕਰਨ ਇਸ ਤੋਂ ਵੱਡਾ ਜਿਹੜਾ ਹੈ ਅਜੀਬ ਜਿਹਾ ਮਾਮਲਾ ਕੀ ਹੋ ਸਕਦਾ ਹੈ। ਪੁਲਿਸ ਵਾਲਿਆਂ ਨੇ ਪੀਸਫੁਲ ਪ੍ਰੋਟੈਸਟਰ ਦੇ ਉੱਤੇ ਪਹਿਲੇ ਉਹਨਾਂ ਨਾਲ ਬਦਤਮੀਜ਼ੀ ਕੀਤੀ, ਫਿਰ ਉਹਨਾਂ ਨੂੰ ਠੁੱਡੇ ਮਾਰੇ, ਫਿਰ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ। ਜੇ ਇਹ ਦੋ ਝੂਠੀਆਂ ਹੋ ਸਕਦੀਆਂ ਤੇ ਬਾਕੀ ਨੂੰ ਕੁਦਰਤੀ ਗੱਲ ਲੋਕਾਂ ਦੇ ਮਨ 'ਚ ਇਹ ਜਾਏਗਾ ਵੀ ਪੁਲਿਸ ਵਾਲੇ ਇੱਥੋਂ ਤੱਕ ਘਟੀਆ ਕੰਮ ਕਰ ਸਕਦੇ ਨੇ ਵੀ 2 ਆਦਮੀਆਂ ਦਾ ਕਤਲ ਵੀ ਕਰ ਦਿੰਦੇ ਨੇ, ਚੋਟਾਂ ਵੀ ਲਾ ਦਿੰਦੇ ਨੇ ਤੇ ਨਾਲੇ ਕੇਸ ਝੂਠਾ ਰਜਿਸਟਰ ਕਰ ਲੈਂਦੇ। ਇਨਵੈਸਟੀਗੇਟ ਕਰਨਾ ਵਾਜਬ ਸੀ, ਲੇਕਿਨ ਜੱਜਮੈਂਟ ਦੇ ਵਿੱਚ ਕਹਿਣਾ ਵੀ ਇਹਦੀ ਲੋੜ ਹੀ ਨਹੀਂ ਸੀ ਜੀ। ਅਕਸ਼ੇ ਕੁਮਾਰ ਨੂੰ ਰੈਫਰੈਂਸ ਗਲਤ ਕਰ ਦਿੱਤਾ ਜੀ, ਜਿਹੜਾ ਹੈ ਬਾਦਲਾਂ ਦਾ ਨਾਂ ਗਲਤ ਜਿਹੜਾ ਫਿਕਰ ਕਰਦਾ ਹੈ। ਇਹ ਫਾਈਂਡਿੰਗ ਦੇਣ ਦੀ ਲੋੜ ਕੀ ਸੀ ਪਹਿਲੇ? ਇਹ ਕੇਸ ਦੀ ਇਹ ਸਥਿਤੀ ਆ ਗਈ ਹੈ ਵੀ ਇਹਦੇ 'ਚੋਂ ਇਨਸਾਫ ਮਿਲਣ ਦੀ ਜਿਹੜੀ ਹੈ ਬਹੁਤ ਘੱਟ ਆਸ ਰਹਿ ਗਈ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਬੇਅਦਬੀ ਕਾਂਡ ਨੂੰ ਤਾਂ 6 ਸਾਲ ਹੋ ਗਏ ਨੇ, ਪਰ ਉਸ ਤੋਂ ਬਾਅਦ ਇਨਸਾਫ ਕਿਤੇ ਨਹੀਂ ਮਿਲਿਆ ਤੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਬਣੀ ਸੀ। ਚਲਾਨ ਪੇਸ਼ ਹੁੰਦੇ ਨੇ, 9 ਚਲਾਨ ਪੇਸ਼ ਹੁੰਦੇ ਨੇ ਤੇ 10ਵਾਂ ਚਲਾਨ ਜਿਹੜਾ ਪੇਸ਼ ਨਹੀਂ ਹੁੰਦਾ। ਜਿਹੜਾ ਚਲਾਨ ਸੀ ਉਸ ਉੱਪਰ 5 ਆਫੀਸਰ ਸੀ ਸਿੱਟ ਦੇ, ਪਰ ਸਿਰਫ ਕੁੰਵਰ ਵਿਜੇ ਪ੍ਰਤਾਪ ਦੇ ਹੀ ਸਾਈਨ ਹੁੰਦੇ ਨੇ। ਸਵਾਲ ਬਹੁਤ ਨੇ, ਜਵਾਬ ਜਿਹੜੇ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਨੇ। ਅਲੱਗ-ਅਲੱਗ ਤਰੀਕੇ ਦੇ ਨਾਲ ਬੁੱਧੀਜੀਵੀ ਹੋ ਗਏ, ਵਕੀਲ ਹੋ ਗਏ, ਇਸ ਉੱਪਰ ਟਿੱਪਣੀ ਕਰਨੀ ਸ਼ੁਰੂ ਹੋ ਗਈ ਹੈ ਵੀ ਉਹ ਸਹੀ ਸੀ ਕਿ ਗਲਤ ਸੀ। ਕੋਈ ਤਾਂ ਇਸ ਕੋਰਟ ਦੇ ਜੋ ਚਲਾਨ ਵੱਲੋਂ ਉਹਨਾਂ ਨੇ ਰੱਦ ਕੀਤਾ ਸੀ ਉਸ ਨੂੰ ਵੀ ਚੈਲੰਜ ਕੀਤਾ ਜਾ ਰਿਹਾ। ਫਿਰ ਉਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਜੋ ਕੋਰਟ ਨੇ ਚਲਾਨ ਦਿੱਤਾ ਸੀ ਉਸ ਨੂੰ ਵੀ ਕਿਤੇ ਨਾ ਕਿਤੇ ਕਾਪੀਆਂ ਉਸਦੀਆਂ ਸਾੜੀਆਂ ਗਈਆਂ ਨੇ, ਉਹ ਪ੍ਰਵਾਨ ਨਹੀਂ ਹੈਗਾ। ਤਾਂ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਅਮਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਜੋ ਕੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਕਿ ਉਹ ਬਿਲਕੁਲ ਸਹੀ ਕੀਤਾ। ਕੁੰਵਰ ਵਿਜੇ ਪ੍ਰਤਾਪ ਤੇ ਜੋ ਸਿੱਟ ਬਣਾਈ ਸੀ ਉਸ ਵਿੱਚ ਬਾਦਲਾਂ ਦਾ ਨਾਮ ਨਹੀਂ ਸੀ, ਕਿ ਉਹ ਸਹੀ ਹੋਇਆ। ਗੱਲ 2015 ਤੋਂ ਸ਼ੁਰੂ ਹੋਈ ਸੀ ਤੇ 2021 ਤੱਕ ਪਹੁੰਚ ਗਈ, ਪਰ ਫਿਰ ਵੀ ਕਿਤੇ ਇਨਸਾਫ ਨਹੀਂ ਮਿਲਿਆ। ਅਮਰ ਸਿੰਘ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਜਾਂ ਅਖੀਰਲੇ ਦਿਨ ਦੀ ਗੱਲ ਕਰੀਏ, ਜਦੋਂ ਕੋਟਕਪੂਰਾ ਦੇ ਵਿੱਚ ਜੋ ਜੱਜਮੈਂਟ ਦੀ ਕਾਪੀਆਂ ਉਹ ਸਾੜੀਆਂ ਗਈਆਂ ਨੇ, ਉਹ ਲੱਗਦਾ ਕਿ ਬਿਲਕੁਲ ਸਹੀ ਕੀਤਾ ਗਿਆ। ਜਿਨ੍ਹਾਂ ਨੂੰ ਪ੍ਰਵਾਨ ਨਹੀਂ ਸੀ, ਪੰਥਕ ਧਿਰਾਂ ਵੱਲੋਂ ਕਾਪੀਆਂ ਸਾੜੀਆਂ ਗਈਆਂ ਨੇ। ਦੇਖੋ, ਇਹ ਤੇ ਬਹੁਤਾ ਉਹਨਾਂ ਤੇ ਸਵਾਲ ਨਿਰਭਰ ਕਰਦਾ ਵੀ ਜਿਨ੍ਹਾਂ ਨੇ ਸਾੜੀਆਂ ਨੇ। ਕੁਛ ਨੇ ਇਹਨਾਂ ਕਾਪੀਆਂ ਨੂੰ ਮਤਲਬ ਬੜਾ ਪਵਿੱਤਰ ਸਮਝ ਕੇ ਬੜਾ ਫਾਇਦਾ ਵੀ ਲੈ ਰਹੇ ਨੇ। ਇਸ ਕਰਕੇ ਇਹ ਗੱਲ ਜਿਹੜੀ ਹੈ ਉਹਨਾਂ ਕੋਲ ਬਹੁਤਾ ਪੁੱਛਣੀ ਚੰਗੀ ਹੋਏਗੀ ਕਿ ਉਹਨਾਂ ਨੇ ਸਾੜੀਆਂ ਨੇ, ਕਿਉਂ ਸਾੜੀਆਂ ਨੇ, ਜਿਨ੍ਹਾਂ ਨੇ ਇਹਦਾ ਫਾਇਦਾ ਲਿਆ ਕਿਉਂ ਲਿਆ ਹੈ। ਅਤੇ ਅਸੀਂ ਜੋ ਤੁਹਾਡੇ ਕੋਲ ਅੱਜ ਸਨਮੁਖ ਹੋਏ ਹਾਂ, ਅਸੀਂ ਇਹ ਵੇਖਿਆ ਵੀ ਇਹ ਫੈਸਲਾ ਜਿਹੜਾ ਹੈ ਇਹ ਕਾਨੂੰਨੀ ਤੌਰ 'ਤੇ ਜਿਹੜਾ ਹੈ ਕਿੰਨਾਂ ਗੱਲਾਂ ਤੋਂ ਠੀਕ ਹੈ, ਕਿੰਨਾਂ ਗੱਲਾਂ ਤੋਂ ਨਹੀਂ ਠੀਕ। ਅਸੀਂ ਉਹ ਆਪਣੀ ਰਾਏ ਦੇਣ ਦੀ ਗੱਲ ਜਿਹੜੀ ਹੈ ਸਾਡੇ ਕੋਲ ਕਾਨੂੰਨੀ ਤੌਰ 'ਤੇ ਹੱਕ ਹੈ। ਇੱਕ ਗੱਲ ਜ਼ਰੂਰ ਸਾਨੂੰ ਲੈ ਲੈਣੀ ਚਾਹੀਦੀ ਹੈ ਵੀ ਜੇ ਕਿਸੇ ਆਦਮੀ ਨੂੰ ਫੈਸਲਾ ਨਹੀਂ ਚੰਗਾ ਲੱਗਾ, ਪਿਛਲੇ 5 ਸਾਲ ਤੋਂ ਲੋਕੀ ਫੈਸਲੇ ਦੀਆਂ ਆਸਾਂ ਲਾਈ ਬੈਠੇ ਨੇ, ਉਹ ਫੈਸਲਾ ਜਿਹੜਾ ਹੈ ਉਹ ਨਿਕਲਿਆ ਹੈ ਜਿਹਦੇ ਤੋਂ ਫਿਰ 2015 ਦੇ ਹਾਲਾਤ ਪੈਦਾ ਕਰ ਦਿੱਤੇ ਨੇ। ਮਤਲਬ ਇਹ ਆ ਵੀ ਉਹਨਾਂ ਨੂੰ ਰੰਜਿਸ਼ ਜਾਂ ਉਹਨਾਂ ਨੂੰ ਇਸ ਫੈਸਲੇ ਦੇ ਖਿਲਾਫ ਕੋਈ ਨਾ ਕੋਈ ਸੋਚਣੀ ਹੋਏਗੀ, ਤਾਂ ਹੀ ਉਹਨਾਂ ਨੇ ਕੀਤਾ ਨੇ। ਅੱਛਾ, ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਹੁਣ ਤੁਸੀਂ ਕਿਹੜੀ ਗੱਲਾਂ ਦੇ ਉੱਤੇ ਚਾਨਣਾ ਪਾ ਰਹੇ ਹੋ ਵੀ ਕਿੱਥੇ ਗਲਤੀ ਸੀ, ਕਿੱਥੇ ਠੀਕ ਕੀਤਾ ਹੋਇਆ ਸੀ, ਜੇ ਤੁਹਾਡੇ ਪੱਖੋਂ ਜੇ ਗੱਲਬਾਤ ਕਰਨੀ ਹੋਵੇ ਤਾਂ? ਅਸੀਂ ਗਲਤੀਆਂ ਉਹ ਨਹੀਂ ਲੱਭੀਆਂ ਜਿਹੜੀਆਂ ਸਾਰੇ ਮਾਮਲੇ ਨੂੰ ਟੱਚ ਕਰਦੀਆਂ। ਅਸੀਂ ਗਲਤੀਆਂ ਸਿਰਫ ਜੱਜਮੈਂਟ 'ਚ ਲੱਭੀਆਂ ਨੇ। ਜੱਜਮੈਂਟ ਨੂੰ ਉਹ ਵੀ ਜਿਹੜਾ ਹੈ ਵਕੀਲ ਦੇ ਪੁਆਇੰਟ ਆਫ ਵਿਊ ਨੂੰ ਅਧਿਕਾਰ, ਕਿਉਂਕਿ ਜੱਜਮੈਂਟ ਗਲਤ ਲਿਖੇ ਜਾਂਦੇ ਨੇ, ਠੀਕ ਵੀ ਲਿਖੇ ਜਾਂਦੇ ਨੇ। ਜੇ ਅਸੀਂ ਕਿਸੇ ਗਲਤ ਜੱਜਮੈਂਟ ਨੂੰ ਕਹਿਣਾ ਤਾਂ ਅਸੀਂ ਉਹਦਾ ਰੀਜ਼ਨ ਦੇਵਾਂਗੇ। ਅਸੀਂ ਇਸ ਜੱਜਮੈਂਟ ਨੂੰ ਗਲਤ ਕਹਿਣ ਲਈ ਜਿਹੜੇ ਉਹਨਾਂ ਨੇ ਜੱਜਮੈਂਟ ਦੇ ਵਿੱਚ ਪੁਆਇੰਟ ਰੇਜ਼ ਹੋਏ ਨੇ ਤੇ ਫੈਸਲਾ ਦਿੱਤਾ ਹੈ, ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ ਵੀ ਉਹ ਰੀਜ਼ਨਿੰਗ ਗਲਤ ਹੈ। ਜਿਸ ਤਰ੍ਹਾਂ ਹੈ, ਇੱਕ ਰੀਜ਼ਨਿੰਗ ਸਭ ਤੋਂ ਜਿਹੜੀ ਹੈਗੀ ਆ ਪ੍ਰੋਮੀਨੈਂਟ ਹੈ ਵੀ ਜਿਹੜਾ ਹੈ ਕੋਟਕਪੂਰੇ ਦਾ ਇੰਸੀਡੈਂਟ ਹੈ ਉਹਦੇ ਬਾਰੇ 192 FIR ਜਿਹੜੀ ਸੀ ਪਹਿਲੇ ਰਜਿਸਟਰ ਹੋ ਚੁੱਕੀ ਸੀ। ਇਸ ਕਰਕੇ ਜਿਹੜੀ 129 ਜਾ ਕੇ 2018 'ਚ 2015 ਦਾ ਇੰਸੀਡੈਂਟ ਸੀ, ਜਿਹੜੀ 192 ਉਹ 2015 'ਚ ਹੀ ਲੌਂਚ ਹੋ ਗਈ, ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ।
ਇਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਇਨਕੰਪਲੀਟ ਹੈ, ਠੀਕ ਨਹੀਂ ਹੈਗੀ। ਅਸੀਂ ਇਹਦੀ ਇਹ ਰੀਜ਼ਨਿੰਗ ਦਿੱਤੀ ਹੈ ਵੀ ਜਿਹੜੀ 2015 ਦੀ FIR ਹੈ ਉਹ ਤੇ ਥਾਣੇਦਾਰ SHO ਜਿਹੜਾ ਹੈਗਾ ਸੀ ਉਹਨੇ ਖੁਦ ਹੀ ਲੌਂਚ ਕੀਤੀ, ਆਪ ਹੀ ਉਹਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ, ਫਿਰ ਆਪਣੇ ਸਬੋਰਡੀਨੇਟ ਨੂੰ ASA ਨੂੰ ਦੇ ਦਿੱਤੀ। ਲਗਭਗ ਉਹਨਾਂ ਨੂੰ 1.5 ਸਾਲ ਦਾ ਵਕਫਾ ਸੀ ਉਹਦੇ ਕੋਲ, ਉਹਨੇ ਆਪ ਕਿਉਂ ਨਾ ਇਹਦੀ ਕਨਕਲੂਡ ਕੀਤੀ, ਜਾਂ ਜਿਹੜੇ ਪਿੱਛੋਂ SHO ਆਏ ਨੇ ਉਹਨਾਂ ਕਿਉਂ ਨਾ ਕਨਕਲੂਡ ਕੀਤੀ। ਇਹ ਉਹਨਾਂ ਦੀ ਡਿਊਟੀ ਬਣਦੀ ਸੀ ਵੀ ਜੇ ਕ੍ਰਾਈਮ ਹੋਇਆ ਤੇ ਖਾਸ ਕਰਕੇ ਸਟੇਟ ਦੇ ਫੰਕਸ਼ਨਰੀਜ਼ ਦੇ ਖਿਲਾਫ ਹੋਇਆ ਤੇ ਉਹਦੀ ਇਨਵੈਸਟੀਗੇਸ਼ਨ ਨਾ ਕਰਨ ਇਸ ਤੋਂ ਵੱਡਾ ਜਿਹੜਾ ਹੈ ਅਜੀਬ ਜਿਹਾ ਮਾਮਲਾ ਕੀ ਹੋ ਸਕਦਾ ਹੈ। ਚਲੋ ਕਟਕਾਰੇ 'ਚ ਖੜਾ ਕਿਹਨੂੰ ਕੀਤਾ ਜਾਵੇ? ਜੱਜਮੈਂਟ ਦੀ ਕਾਪੀ ਆ ਗਈ ਹੈ, ਇਨਵੈਸਟੀਗੇਸ਼ਨ ਦਾ ਸਵਾਲ ਚੁੱਕਿਆ ਜਾਵੇ, ਕਿਉਂਕਿ ਕਈਆਂ ਦਾ ਜੱਜਮੈਂਟ ਦੀ ਕਾਪੀ ਵੀ ਸਾੜੀ ਹੈ, ਕਈ ਤਾਂ ਉਸ ਪਾਸੇ ਕੋਰਟ ਨੂੰ ਵੀ ਕਿਤੇ ਨਾ ਕਿਤੇ ਕਹਿ ਦੇਣੀ ਵੀ ਫੈਸਲਾ ਸਹੀ ਨਹੀਂ ਕੀਤਾ ਉਹ ਗਿਆ। ਹੁਣ ਇਹਦੇ ਵਿੱਚ ਕਿਸ ਨੂੰ ਦੋਸ਼ੀ ਮੰਨਿਆ ਜਾਵੇ, ਵੀ ਕਿੱਥੇ ਜਾ ਕੇ ਸਮੱਸਿਆ ਆਉਂਦੀ ਹੈ? ਦੋਸ਼ੀ ਸਾਡੇ ਕਿਹਾ ਨਹੀਂ ਬਣਨਾ, ਦੋਸ਼ੀ ਉਹ ਬਣਨਾ ਜਿਹੜਾ ਇਨਵੈਸਟੀਗੇਸ਼ਨ ਦੇ ਮਾਮਲੇ 'ਚ ਜਿਹੜਾ ਥਾਣੇਦਾਰ ਜਾਂ ਜਿਹੜਾ IG ਜਾਂ ਜਿਹੜਾ DIG ਜਾਂ ਜਿਹੜਾ ਕੋਈ ADG ਇਨਵੈਸਟੀਗੇਸ਼ਨ ਕਰੇਗਾ, ਉਹ ਜਿਹਨੂੰ ਕਟਹਿਰੇ 'ਚ ਖੜੇ ਕਰੇਗਾ, ਫਿਰ ਉਹ ਅਦਾਲਤ ਨੇ ਵੇਖਣਾ ਵੀ ਇਹਦੀ ਕਟਹਿਰੇ 'ਚ ਕਰਨ ਦੀ ਜਿਹੜੀ ਐਵੀਡੈਂਸ ਠੀਕ ਹੈ ਕਿ ਨਹੀਂ ਠੀਕ ਹੈ ਨਾ ਜੀ। ਉਹ ਹੁਣ ਸਾਡੇ ਕਿਹਾ ਤਾਂ ਅਸੀਂ ਜਿਹੜਾ ਹੈ ਇਹ ਜਿਹੜਾ ਹੈ ਅਸੀਂ ਇਸ ਕੋਸ਼ਿਸ਼ ਕੀਤੀ ਆਪਣੇ ਇਹਦੇ ਲੱਭਣ ਦੀ ਜਜਮੈਂਟ ਦੇ ਵਿੱਚ ਵੀ ਇਹ ਫੈਕਟਸ ਇਸ ਤਰ੍ਹਾਂ ਦੇ ਸਨ ਜਿਹੜੇ ਪੁਲਿਸ ਵਾਲੇ ਖੁਦ ਹੀ ਕ੍ਰਾਈਮ ਕਰਦੇ ਸੀ। ਇਸ ਜਿਹੜਾ ਇਨਸੀਡੈਂਟ ਹੈਗਾ ਕੋਟਕਪੂਰੇ ਦਾ ਨਾਲ ਹੀ ਬਹਿਬਲ ਕਲਾਂ ਦਾ ਲਗਭਗ ਹੁੰਦਾ, ਬਹਿਬਲ ਕਲਾਂ 'ਚ ਵੀ ਇਸੇ ਤਰ੍ਹਾਂ ਪੁਲਿਸ ਵਾਲੇ ਨੇ ਰਿਪੋਰਟ ਲਿਖਾ ਦਿੱਤੀ, ਰਿਪੋਰਟ ਲਿਖਾ ਕੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ, ਨਾਲ ਹੀ ਇੱਕ ਹੋਰ FIR ਹੋ ਗਈ। ਉਹ FIR ਜਿਹੜੀ ਹੈ ਡਾਇਰੈਕਟਰ ਜਿਹੜਾ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਬੜਾ ਵੱਡਾ ਅਫਸਰ ਹੁੰਦਾ ਹੈ, ਉਹਦੀ ਡਾਇਰੈਕਸ਼ਨ ਤੇ ਹੋਈ। ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੋਈ ਉਹਦੇ 'ਚ ਜਿਹੜੀ ਡਾਇਰੈਕਟਰ ਵੱਲੋਂ FIR ਲਿਖਾਈ ਗਈ ਆ ਉਹਦੀ ਇਨਵੈਸਟੀਗੇਸ਼ਨ ਹੋਈ ਹੈ। ਉਹਦੇ 'ਚ ਇਹ ਪਾਇਆ ਗਿਆ ਵੀ ਜਿਹੜੀ ਪੁਲਿਸ ਦੀ ਵਰਸ਼ਨ ਸੀ ਵੀ ਜਿਹੜੇ ਹੈਗੇ ਸੀ ਪ੍ਰੋਟੈਸਟਰਸ, ਉਹਨਾਂ ਨੇ ਪੁਲਿਸ 'ਤੇ ਹਮਲਾ ਕੀਤਾ ਹੈ, ਉਹਨਾਂ ਨੇ ਪ੍ਰੋਪਰਟੀ ਜਿਹੜੀ ਡੈਮੇਜ ਕੀਤੀ ਹੈ ਜਾਂ ਉਹਨਾਂ ਨੇ ਹੋਰ ਕੋਈ ਕ੍ਰਾਈਮ ਕੀਤੇ, ਇਹ ਝੂਠਾ ਹੈ। ਦਰਅਸਲ ਪੁਲਿਸ ਵਾਲਿਆਂ ਨੇ ਪੀਸਫੁਲ ਪ੍ਰੋਟੈਸਟਰ ਦੇ ਉੱਤੇ ਪਹਿਲੇ ਉਹਨਾਂ ਨਾਲ ਬਦਤਮੀਜ਼ੀ ਕੀਤੀ, ਫਿਰ ਉਹਨਾਂ ਨੂੰ ਠੁੱਡੇ ਮਾਰੇ, ਫਿਰ ਉਹਨਾਂ 'ਤੇ ਲਾਠੀ ਚਾਰਜ ਵੀ ਕੀਤਾ, ਫਿਰ ਉਹਨਾਂ 'ਤੇ ਲਾਠੀ ਚਾਰਜ ਤੋਂ ਬਾਅਦ ਗੋਲੀ ਦੀ ਜਿਹੜੀ ਹੈਗੀ ਆ ਉਹ ਹਰਕਤ ਕਰ ਦਿੱਤੀ ਅਤੇ ਗੋਲੀ ਦੇ ਨਾਲ 2 ਬੰਦੇ ਮਰ ਗਏ ਅਤੇ ਬਾਕੀ ਦਿਆਂ ਨੂੰ ਜਿਹੜਾ ਹੈ ਕੋਈ ਇੰਜਰੀਜ਼ ਹੋਈਆਂ। ਉਸ ਤੋਂ ਬਾਅਦ ਇਨਸੀਡੈਂਟ ਕਰਕੇ ਪੁਲਿਸ ਵਾਲੇ ਨੇ ਖੁਦ ਹੀ ਪ੍ਰੋਪਰਟੀ ਡੈਮੇਜ ਕੀਤੀ, ਰਿਕਾਰਡ ਫੋਰਜ ਕੀਤੇ ਅਤੇ ਉਹਦੇ ਵਿੱਚ ਉਹ ਸਿੱਟ ਜਿਹੜੀ ਬਣੀ, ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇੱਕ SSP ਦੇ ਲੈਵਲ ਦਾ ਆਦਮੀ, 5-4 ਆਦਮੀ ਹੋਰ ਉਹਦੇ ਨਾਲ, SP ਚਾਹੇ ਇੰਸਪੈਕਟਰ ਚਾਹੇ DSP, ਉਹਦੇ 'ਚ ਉਹਨਾਂ ਦੇ ਖਿਲਾਫ ਚਲਾਨ ਟਰਾਇਲ ਹੋ ਰਿਹਾ। ਇਹਦਾ ਮਤਲਬ ਪੁਲਿਸ ਵਾਲੇ ਕਿੱਥੋਂ ਤੱਕ ਜਾ ਸਕਦੇ ਨੇ। ਅਤੇ ਜੇ ਆਪਾਂ ਇਹ ਗੱਲ ਕਹਿ ਦਈਏ ਵੀ ਉਹਨਾਂ ਦੀ ਜਿਹੜੀ FIR ਕੋਟਕਪੂਰੇ 'ਚ ਲਿਖੀ ਗਈ ਸੀ, ਉਹ ਜਦੋਂ ਉਹਨਾਂ ਨੇ ਬੰਦੇ ਇਹ ਵੇਖਿਆ ਜਿਹੜੇ ਉਹਨਾਂ ਨੇ 10 ਬੰਦੇ ਫੜੇ ਲਗਭਗ, ਉਹਨਾਂ ਨੂੰ ਪਹਿਲੇ 3 ਦਿਨ ਅੰਦਰ ਰੱਖਿਆ, ਫਿਰ ਆਪੇ ਹੀ ਛੱਡ ਦਿੱਤੇ ਵੀ ਨਹੀਂ ਇਹਨਾਂ ਦੇ ਖਿਲਾਫ ਤਾਂ ਜਿਹੜਾ ਗਵਾਹੀ ਕੋਈ ਨਹੀਂ ਹੈਗੀ। ਇਹਦਾ ਮਤਲਬ ਝੂਠੀ ਸੀ, ਉਹਦੀ ਫਰਦਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਕੀ ਸੀ। ਇਸ ਕਰਕੇ ਇਹ ਅਦਾਲਤ ਵੱਲੋਂ ਜਜਮੈਂਟ 'ਚ ਨੋਟ ਕਰਨਾ ਜਾਂ ਇਹ ਫਾਈਂਡਿੰਗ ਦੇਣੀ ਵੀ 192 ਦੀ ਇਨਵੈਸਟੀਗੇਸ਼ਨ ਨਹੀਂ ਹੋਈ, ਇਸ ਕਰਕੇ ਇਨਵੈਸਟੀਗੇਸ਼ਨ ਫਾਲਟੀ ਹੈ, ਇਹਦੀ ਲੋੜ ਨਹੀਂ ਸੀ। 129 FIR ਦੇ ਵਿੱਚ ਇਨਵੈਸਟੀਗੇਸ਼ਨ ਨੇ ਸਾਰਾ ਇਨਸੀਡੈਂਟ ਜਿਹੜਾ ਸੀ ਉਹ ਸਾਹਮਣੇ ਲਿਆ ਦਿੱਤਾ ਵੀ ਦਰਅਸਲ ਪੁਲਿਸ ਦੀ ਵਰਸ਼ਨ ਬਿਲਕੁਲ ਝੂਠੀ ਹੈ। ਰੀਅਲ ਇਨਸੀਡੈਂਟ ਉਹ ਸੀ ਜਿਹੜਾ 129 ਦਾ ਬੇਸ ਸੀ। ਜੋ ਹੁਣ ਚਲਾਨ ਪੇਸ਼ ਕੀਤਾ ਸੀ ਉਹ ਤਾਂ ਹੁਣ ਅਦਾਲਤ ਨੇ ਕਹਿ ਦਿੱਤਾ ਵੀ ਚਲਾਨ ਠੀਕ ਨਹੀਂ ਗਾ, ਕੋਈ ਵਿਜੇ ਪ੍ਰਤਾਪ ਸਿੱਟ ਦਾ ਹਿੱਸਾ ਨਹੀਂ ਰਹਿਣਗੇ। ਜਿੰਨੀਆਂ FIR ਹੋਈਆਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਫਿਰ ਸਾਰੀਆਂ ਰੱਦ ਹੋਣਗੀਆਂ। ਇਹ ਤਾਂ ਹੁਣ ਜਿਹੜਾ ਚੈਲੰਜ ਕਰਨਗੇ, ਜੇ ਉਹ ਹਾਈ ਕੋਰਟ ਰੱਦ ਕਰਦੀ ਹੈ ਮੌਕਾ, ਇਹ ਤਾਂ ਹਾਈ ਕੋਰਟ ਦੀ ਜੁਰਿਸਡਿਕਸ਼ਨ ਆ। ਇਹ ਹੁਣ ਪ੍ਰਜੰਪਸ਼ਨ ਤਾਂ ਅਸੀਂ ਵੀ ਨਹੀਂ ਕਰ ਸਕਦੇ ਵੀ ਸਾਰੀਆਂ ਰੱਦ ਹੋ ਜਾਣਗੀਆਂ। ਲੇਕਿਨ ਇਹਨਾਂ 2 ਇਨਸੀਡੈਂਟ ਨੇ, ਬਹਿਬਲ ਕਲਾਂ ਦਾ ਅਤੇ ਕੋਟਕਪੂਰੇ ਨੇ ਇਹ ਸਾਬਤ ਕਰ ਦਿੱਤਾ ਵੀ ਪੁਲਿਸ ਦਾ ਜਿਹੜਾ ਐਕਸ਼ਨ ਸੀ ਉਹ ਫਾਲਸ ਸੀ, ਉਹ ਝੂਠੀਆਂ FIR ਰਜਿਸਟਰ ਕਰਦੇ ਸਨ। ਬਾਕੀ ਹੁਣ ਜੇ ਇਹ 2 ਝੂਠੀਆਂ ਹੋ ਸਕਦੀਆਂ ਤੇ ਬਾਕੀ ਨੂੰ ਕੁਦਰਤੀ ਗੱਲ ਲੋਕਾਂ ਦੇ ਮਨ 'ਚ ਇਹ ਰਹੇਗਾ ਵੀ ਪੁਲਿਸ ਵਾਲੇ ਇੱਥੋਂ ਤੱਕ ਘਟੀਆ ਕੰਮ ਕਰ ਸਕਦੇ ਨੇ ਵੀ 2 ਆਦਮੀਆਂ ਦਾ ਕਤਲ ਵੀ ਕਰ ਦਿੰਦੇ ਨੇ, ਚੋਟਾਂ ਵੀ ਲਾ ਦਿੰਦੇ ਨੇ ਅਤੇ ਨਾਲੇ ਕੇਸ ਝੂਠਾ ਰਜਿਸਟਰ ਕਰ ਲੈਂਦੇ। ਲੋਕਾਂ ਦੇ ਖਿਲਾਫ, ਲੋਕਾਂ ਦੇ ਮਨਾਂ 'ਤੇ ਜਾਣਾ ਹੀ ਆ। ਇਹ ਝੂਠ ਹੁਣ ਜਿਹੜਾ ਪੁਲਿਸ ਦਾ ਇਹ ਕਿੰਨਾ ਕੁ ਚਿਰ ਸਟੈਂਡ ਕਰ ਜਾਏਗਾ। ਝੂਠੀਆਂ FIR ਰਜਿਸਟਰ ਕਰਨੀਆਂ, ਲੋਕਾਂ ਨੂੰ ਝੂਠੇ ਜਿਹੜਾ ਕੇਸਾਂ 'ਚ ਫਸਾਉਣਾ, ਫਿਰ ਉਹਨਾਂ ਨੂੰ ਫੜ ਲੈਣਾ, ਫਿਰ ਛੱਡ ਦੇਣਾ, ਉਹਨਾਂ ਦੇ ਬੰਦੇ ਵੀ ਮਾਰ ਦੇਣੇ, ਲੋਕ ਕਿੱਦਾਂ ਉਹਨਾਂ 'ਤੇ ਇਤਬਾਰ ਕਰਨਗੇ ਜੀ। 3 ਸਾਲ ਤੋਂ 3-4 ਸਾਲ ਤੋਂ ਲਗਾਤਾਰ ਬਾਦਲ ਫੈਮਿਲੀ ਦੇ ਪਰਿਵਾਰ ਦਾ ਨਾਮ ਆਉਂਦਾ ਰਿਹਾ। ਜਦੋਂ ਬਾਅਦ ਵਿੱਚ ਕੁਮਰ ਵਿਜੇ ਪ੍ਰਤਾਪ ਲੈ ਕੇ ਜਾਂਦੇ ਨੇ ਚਲਾਨ, ਕਿਤੇ ਵੀ ਨਹੀਂ ਲਿਖਿਆ ਉਹਦੇ ਵਿੱਚ ਵੀ ਅਕਿਊਜ਼ਡ ਹੈਗੇ ਨੇ। ਕਿੱਥੇ ਇਹ ਵਾਕਈ ਨਾਮ ਜੇ ਪਾਇਆ ਨਹੀਂ ਗਿਆ ਜਾਂ ਨਾਮ ਉਹਦੇ ਵਿੱਚ ਹੈ ਨਹੀਂ ਸੀ, ਜੇ ਉਹ ਅਕਿਊਜ਼ਡ ਨਹੀਂ ਹੈਗੇ ਸੀ ਫਿਰ ਨਾਮ ਉਛਾਲਿਆ ਕਿਉਂ ਗਿਆ? ਦੇਖੋ ਇਹ ਤਾਂ
ਜਿਹੜਾ ਹੈ ਜਜਮੈਂਟ 'ਚ ਬਾਦਲਾਂ ਨੂੰ ਰੈਫਰ ਕਰਨਾ ਬਿਲਕੁਲ ਗਲਤ ਸੀ, ਕਿਉਂਕਿ ਉਹ ਨਾ ਤਾਂ ਪਾਰਟੀ ਸਨ ਰਿਟ ਦੇ ਵਿੱਚ, ਨਾ ਉਹਨਾਂ ਨੇ ਕੋਈ ਰਿਲੀਫ ਮੰਗਿਆ ਸੀ ਤੇ ਨਾ ਉਹਨਾਂ ਨੂੰ ਦਿੱਤਾ ਹੀ ਜਾ ਸਕਦਾ ਸੀ। ਅਦਾਲਤ ਦਾ ਇਹ ਬੜਾ ਵੱਡਾ ਇੱਕ ਪ੍ਰਿੰਸੀਪਲ ਹੈ ਵੀ ਜਿਹੜਾ ਆਣ ਕੇ ਅਦਾਲਤ ਦੇ ਵਿੱਚ ਇਨਸਾਫ ਨਹੀਂ ਮੰਗਦਾ ਉਹਨੂੰ ਇਨਸਾਫ ਨਹੀਂ ਮਿਲੇਗਾ। ਤੇ ਜੇ ਘਰ ਬੈਠਿਆਂ ਨੂੰ ਇੱਦਾਂ ਦਾ ਇਨਸਾਫ ਮਿਲ ਗਿਆ ਵੀ ਇੱਕ ਆਦਮੀ ਜਿਨ੍ਹਾਂ ਤੇ ਸਾਰੇ ਦਾ ਸਾਰਾ ਮਾਮਲਾ ਸੀ ਵੀ ਇਹਨਾਂ ਨੇ ਵੋਟਾਂ ਦੀ ਖਾਤਰ ਇਹ ਸਾਰਾ ਜਿਹੜਾ ਹੈ ਇਨਸੀਡੈਂਟ ਕਰਾਏ ਨੇ, ਇਨਸੀਡੈਂਟ ਜੇ ਕਿਸੇ ਨੇ ਕੀਤੇ ਨੇ ਤੇ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਦੀਆਂ ਵੋਟਾਂ ਮੰਗਦੇ ਸੀ ਤਦੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਇਹ ਮੋਟਿਵ ਸੀ ਸਾਰਾ, ਇਹ ਮੋਟਿਵ ਜਿਹੜਾ ਇਨਵੈਸਟੀਗੇਟ ਕਰਨਾ ਵਾਜਬ ਸੀ। ਲੇਕਿਨ ਜੱਜਮੈਂਟ ਦੇ ਵਿੱਚ ਕਹਿਣਾ ਵੀ ਇਹਦੀ ਲੋੜ ਹੀ ਨਹੀਂ ਸੀ ਜੀ, ਅਕਸ਼ੇ ਕੁਮਾਰ ਨੂੰ ਰੈਫਰੈਂਸ ਗਲਤ ਕਰ ਦਿੱਤਾ ਜੀ, ਜਿਹੜਾ ਹੈ ਬਾਦਲਾਂ ਦਾ ਨਾਂ ਗਲਤ ਜਿਹੜਾ ਫਿਗਰ ਕਰਦਾ ਹੈ, ਇਹ ਫਾਈਂਡਿੰਗ ਦੇਣ ਦੀ ਲੋੜ ਕੀ ਸੀ ਪਹਿਲੇ? ਕਿਉਂਕਿ ਬਾਦਲ ਜਿਹੜਾ ਸੀ ਜੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਹੁੰਦਾ ਜਦੋਂ ਹੁੰਦਾ ਤੇ ਉਹ ਆਪਣੀ ਜੋ ਲੀਗਲ ਰੈਮਡੀ ਸੀ ਵੇਖ ਲੈਂਦੇ। ਜੇ ਹੁਣ ਕੁਤਾਈ ਆਈਓ ਨੇ ਇਹ ਕਰ ਦਿੱਤੀ ਵੀ ਪਹਿਲੇ ਪ੍ਰੈਸ 'ਚ ਦੇ ਦਿੱਤਾ, ਉਹਦੇ ਨਾਲ ਬਾਕੀ ਇਨਵੈਸਟੀਗੇਸ਼ਨ 'ਤੇ ਕੀ ਅਸਰ ਪਿਆ? ਬਾਕੀ ਇਨਵੈਸਟੀਗੇਸ਼ਨ ਤੇ ਇੰਡੀਪੈਂਡੈਂਟ ਵੇਖਣੀ ਹੈ, ਜੇ ਪ੍ਰੋਪਰ ਸੀ ਫੇਅਰ ਸੀ, ਉਹਦੇ ਜਿਹੜੇ ਜਿਨ੍ਹਾਂ ਦੇ ਖਿਲਾਫ ਇਨਵੈਸਟੀਗੇਸ਼ਨ ਹੋ ਕੇ ਚਲਾਨ ਪੇਸ਼ ਹੋਏ ਸੀ, ਜੇ ਉਹ ਲੀਗਲ ਸਿਸਟਮ ਦੇ ਵਿੱਚ ਠੀਕ ਜਾਣੇ ਜਾਂਦੇ ਉਹਨਾਂ ਨੂੰ ਕੈਦ ਹੋ ਜਾਂਦੀ, ਨਾ ਜਾਣੇ ਜਾਂਦੇ ਬਰੀ ਹੋ ਜਾਂਦੇ। ਅੱਛਾ, ਕੁੰਵਰ ਵਿਜੇ ਪ੍ਰਤਾਪ ਜੀ ਨੇ 9 ਚਲਾਨ ਪੇਸ਼ ਕੀਤੇ ਸੀ, 10ਵਾਂ ਹਲੇ ਪੇਸ਼ ਹੋਣਾ ਸੀ, ਉਸ ਤੋਂ ਪਹਿਲਾਂ ਹੀ ਅਸਤੀਫਾ ਦੇ ਦੇਣਾ, ਤੁਹਾਨੂੰ ਕੀ ਲੱਗਦਾ ਸਹੀ ਕਿ ਗਲਤ ਹੈ? ਦੇਖੋ ਉਹਨੇ ਆਪਣੇ ਇਹਦਾ ਤਾਂ ਐਕਸਪਲੇਨੇਸ਼ਨ ਦੇ ਦਿੱਤੀ ਹੈ ਵੀ ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ ਵੀ ਮੈਂ ਇਹੋ ਜਿਹੇ ਝੂਠੇ ਸਿਸਟਮ ਦੇ ਵਿੱਚ ਗੱਲ ਕਰਾਂ। ਮੈਂ ਸਿਸਟਮ ਦੇ ਵਿੱਚ ਬੈਠ ਕੇ ਸਿਸਟਮ 'ਚ ਲੜਿਆ ਜਾਂਦਾ ਨਾ, ਸਿਸਟਮ ਤੋਂ ਬਾਹਰ ਹੋ ਗਏ ਫਿਰ ਲੜੋਗੇ ਕਿਵੇਂ? ਇਹ ਕੋਈ ਉਹਦੀ ਮਨਸ਼ਾ ਜੀ, ਹੁਣ ਜੇ ਉਹਦੀ ਸੋਚਣੀ ਹੈ ਉਹਨੂੰ ਮੈਂ ਕਿਸ ਤਰ੍ਹਾਂ ਆਪਣਾ ਵਿਊ ਦੇ ਦਾਂ? ਜੇ ਉਹਦੀ ਜ਼ਮੀਰ ਆਲ ਟੂਗੇਦਰ ਡਿਫਰੈਂਟ ਹੁੰਦੀ ਹੈ, ਜਿਹੜਾ ਹੈ ਫੰਕਸ਼ਨ ਉਹ ਹੈ, ਤੁਸੀਂ ਮੇਰੇ ਖਿਆਲ ਪੜ੍ਹੀ ਨਹੀਂ, ਇਹ ਅਮਰੀਕਾ ਤੋਂ ਇੱਕ ਇੰਸਪੈਕਟਰ ਰਿਟਾਇਰ ਹੋ ਕੇ ਉੱਥੇ ਸੈਟਲ ਹੋਇਆ, ਉਹ ਆਪਣੀ ਇੰਟਰਵਿਊ ਦੇ ਰਿਹਾ ਹੈ, ਉਹ ਆਪਣੀ ਪ੍ਰੀਮੈਚੁਰ ਲੈ ਕੇ ਜਿਹੜਾ ਰਿਟਾਇਰਮੈਂਟ ਉੱਥੇ ਚਲ ਗਿਆ, ਉਹ ਖੁਦ ਕਹਿੰਦਾ ਵੀ ਮੈਂ ਪੁਲਿਸ ਦੇ ਵਿੱਚੋਂ ਇਸ ਕਰਕੇ ਨੌਕਰੀ ਛੱਡੀ ਹੈ ਵੀ ਮੇਰੀ ਜ਼ਮੀਰ ਨਹੀਂ ਆ ਗਿਆ। ਜੋ ਇੱਥੇ ਪੁਲਿਸ ਵਾਲੇ ਕਰਦੇ ਨੇ ਉਹ ਮੈਂ ਵੇਖਣਾ ਤੇ ਕੀ, ਉਹ ਮੈਨੂੰ ਨੀਂਦ ਨਹੀਂ ਆਉਣ ਦਿੰਦੀ, ਇਸ ਕਰਕੇ ਮੈਂ ਇੱਥੋਂ ਛੱਡ ਕੇ ਆ ਗਿਆ। 6 ਮਹੀਨੇ ਟਾਈਮ ਦਿੱਤਾ ਕੋਰਟ ਨੇ, ਹੁਣ ਉਹਦੇ ਵਿੱਚ ਵੀ 6 ਮਹੀਨੇ ਦੇ ਵਿੱਚ ਇਸ ਤਫਤੀਸ਼ ਨੂੰ ਮੁਕੰਮਲ ਕਰਕੇ ਇਸ ਕੋਈ ਮੁਕਾਮ ਤੇ ਪੰਜਾਬ ਇਸ ਨੂੰ ਖਤਮ ਕਰੋ। ਲੱਗਦਾ ਕਿ 6 ਮਹੀਨੇ ਦੇ ਵਿੱਚ, ਜੋ 6 ਸਾਲ ਹੋ ਗਏ ਨੇ, ਹੁਣ 6 ਮਹੀਨੇ ਵਿੱਚ ਪੂਰੀ ਕਰ ਲੈਣਗੇ ਤਫਤੀਸ਼। ਦੇਖੋ ਇਹ ਜਜਮੈਂਟ ਦੇ ਵਿੱਚ ਲਿਖਿਆ ਪ੍ਰੈਫਰੇਬਲੀ ਜਜਮੈਂਟ ਦੇ ਵਿੱਚ ਉਹਨਾਂ ਨੇ ਪਿਨ ਪੁਆਇੰਟ ਨਹੀਂ ਕੀਤਾ ਵੀ ਤੁਸੀਂ 6 ਮਹੀਨੇ 'ਚ ਇਨਵੈਸਟੀਗੇਸ਼ਨ ਕਰਨੀ ਆ। ਇਹਦਾ ਮਤਲਬ ਪ੍ਰੈਫਰੇਬਲੀ ਮਤਲਬ ਨਾ ਕਰਨਗੇ ਤੇ ਉਹਨਾਂ ਨੂੰ ਕਿਹੜੀ ਕਿਤੇ ਉਹਨਾਂ ਤੇ ਜਿਹੜਾ ਹੈ ਉਹਨਾਂ ਤੇ ਕਾਰਵਾਈ ਹੋ ਜਾਏਗੀ। ਤੇ ਜੇ ਅਦਾਲਤ ਨੇ 6 ਮਹੀਨੇ ਦਾ ਟਾਈਮ ਦੇ ਵੀ ਦਿੱਤਾ ਤਾਂ ਉਹਨਾਂ ਕੋਲ ਰਾਈਟ ਹੈਗਾ ਹਰ 6 ਮਹੀਨੇ ਬਾਅਦ ਮੁੜ ਕੇ ਜਾਣਗੇ ਜੀ ਐਕਸਟੈਂਸ਼ਨ ਕਰ ਦਿਓ, ਬੜਾ ਕੰਪਲੀਕੇਟਡ ਕੇਸ ਸੀ ਜੀ, ਅਸੀਂ ਜਿਹੜਾ ਨਹੀਂ ਕੰਪਲੀਟ ਕਰ ਦਿੱਤੇ, ਅਦਾਲਤ ਦੇਂਦੀਆਂ ਨੇ ਐਕਸਟੈਂਸ਼ਨਾਂ, ਪਤਾ ਨਹੀਂ ਕਿੰਨੀਆਂ ਐਕਸਟੈਂਸ਼ਨ ਦੇਣ ਆਪਾਂ ਕੋ ਜਿਹੜਾ ਲਮਕੂਗਾ ਕੇਸ, ਹੁਣ ਲਮਕੂ ਇਹ ਲਮਕੂਗਾ ਨਹੀਂ, ਇਹ ਕੇਸ ਦੀ ਇਹ ਸਥਿਤੀ ਆ ਗਈ ਹੈ ਵੀ ਇਹਦੇ 'ਚੋਂ ਇਨਸਾਫ ਮਿਲਣ ਦੀ ਜਿਹੜੀ ਹੈ ਬਹੁਤ ਘੱਟ ਆਸ ਰਹਿ ਗਈ ਹੈ। ਖਾਸ ਕਰਕੇ ਇਸ ਜਜਮੈਂਟ ਨੇ 2015 'ਚ ਜੋ ਸਿਚੁਏਸ਼ਨ ਸੀ ਜ਼ੀਰੋ ਤੇ ਖੜੋਤਾ ਸੀ, ਇਹ ਫਿਰ ਜ਼ੀਰੋ ਤੇ ਆ ਗਿਆ। ਅੱਛਾ, ਮੇਰਾ ਆਖਰੀ ਸਵਾਲ ਹੈ ਕਿ ਤੁਹਾਨੂੰ ਲੱਗਦਾ ਕਿ ਸਰਕਾਰ ਵੀ SLP ਪਾ ਸਕਦੀ ਹੈ ਕੋਰਟ ਦੇ ਵਿੱਚ? ਹਾਂਜੀ, ਉਹਨਾਂ ਦਾ ਹੈਗਾ ਹੱਕ ਬਣਦਾ। ਜੇ ਬਾਕੀ ਦੇ ਅਫੈਕਟਡ ਪਾਰਟੀਜ਼ ਨੇ, ਜਿਸ ਤਰ੍ਹਾਂ ਅਜੀਤ ਸਿੰਘ ਹੈ ਉਹ ਕੰਪਲੇਨੈਂਟ ਸੀ, ਇਹਦੇ 'ਚ ਉਹ ਵੀ ਪਾ ਸਕਦਾ। ਜੋ ਉਹ ਇਹ ਚੀਜ਼ ਨੂੰ ਕਰ ਦਿੰਦੇ ਨੇ ਫਿਰ ਲੱਗਦਾ ਕਿ ਇਨਸਾਫ ਮਿਲੂਗਾ? ਕੋਈ ਗੱਲ ਉੱਥੇ ਖੜ ਜਾਂਦੀ ਵੀ ਇਨਸਾਫ ਮਿਲੂਗਾ ਕਿ ਨਹੀਂ ਮਿਲੂਗਾ? ਲੋਕੀ ਤਾਂ ਅੱਜ ਵੀ ਦੇਖਦੇ ਪਏ ਨਾ ਸਾਰੇ ਪਾਸੇ ਵੀ ਇਨਸਾਫ ਸਾਨੂੰ ਮਿਲਣਾ ਕਿ ਗੋਲ ਚੱਕਰ ਕੱਟਣੇ ਪੈਣੇ ਹੱਲੇ ਵੀ। ਉਹ ਦੇਖੋ ਇਹ ਤਾਂ ਹੁਣ ਸੁਪਰੀਮ ਕੋਰਟ ਦੀ ਬਹੁਤ ਵੱਡੀ ਪਾਵਰ ਹੈ, ਇਹ ਤਾਂ ਉਹ ਜਾਣਨਗੇ ਜੱਜ ਸਾਹਿਬਾਨ ਜਿਨ੍ਹਾਂ ਨੇ ਕੇਸ ਡੀਲ ਕਰਨਾ। ਲੇਕਿਨ ਸੁਪਰੀਮ ਕੋਰਟ ਦਾ ਜੋ ਆਪ ਹੀ ਉਹਨਾਂ ਦਾ ਚੀਫ ਜਸਟਿਸ ਕਹਿ ਗਿਆ ਰਾਜਨ ਗਗੋਈ ਵੀ ਜੁਡੀਸ਼ੀਅਲ ਸਿਸਟਮ ਜਿਹੜਾ ਹੈ ਡਾਵਾਂ ਡੋਲ ਹੋ ਗਿਆ, ਲੋਕੀ ਇਤਬਾਰ ਨਹੀਂ ਕਰਦੇ, ਉਹਨੂੰ ਕਿੱਧਰ ਲੈ ਜਾਵਾਂਗੇ? ਉਹਨਾਂ ਦਾ ਆਪਣਾ ਹੀ ਜੱਜ ਕਹਿ ਰਿਹਾ, ਮੇਰਾ ਕਿਆ ਇਸ ਬੰਨੇ ਇਰੈਲੇਵੈਂਟ ਹੋਊਗਾ। ਨਾਲੇ ਖਾਸ ਕਰਕੇ ਇਸ ਜਜਮੈਂਟ ਵਿੱਚ ਫਿਰ ਜਦੋਂ ਹੈ ਵੀ ਸਾਰਾ ਕੀਤਾ ਕਰਾਇਆ ਜਿਹੜਾ ਹੈ ਉਹ ਬਿਲਕੁਲ ਤਹਿਸ ਨਹਿਸ ਹੋ ਗਿਆ। ਗੱਲ ਉੱਥੇ ਦੀ ਉੱਥੇ ਰਹਿ ਗਈ ਕਿ ਜਿਨ੍ਹਾਂ ਨੇ ਇਨਸਾਫ ਮੰਗਿਆ ਸੀ ਉਹਨਾਂ ਨੂੰ ਮਿਲਿਆ ਨਹੀਂ, ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀ, ਲੋਕੀ ਇਹ ਮਹਿਸੂਸ ਕਰਦੇ ਸੀ ਕ੍ਰਾਈਮ ਕੀਤਾ ਹੈ, ਉਹ ਮੌਜਾਂ ਲੁੱਟ ਰਹੇ ਨੇ। ਮੈਂ ਇੱਕ ਆਖਰੀ ਕਮੈਂਟ ਕਰ ਦਿਓ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਕੀਤੀ ਹੈ, ਜੇ ਤੁਸੀਂ ਸਾਰੀ ਪੜ੍ਹੀ ਹੈ, ਉਹ ਬਿਲਕੁਲ ਸਹੀ ਕੀਤੀ ਹੈ? ਦੇਖੋ ਜਿਹੜੇ ਫੈਕਟਸ ਨੇ, ਦੋ ਗੱਲਾਂ ਨੇ, ਇੱਕ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਇੱਕ ਹੁੰਦਾ ਕੰਡਕਟ। ਵਿਜੇ ਪ੍ਰਤਾਪ ਸਿੰਘ ਦੇ ਕੰਡਕਟ ਤੇ ਜ਼ਿਆਦਾ ਜਜਮੈਂਟ ਨੇ ਜ਼ੋਰ ਦੇ ਦਿੱਤਾ ਹੈ। ਵੇਖਣਾ ਸੀ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕਿ ਨਹੀਂ ਪਈ। ਜੇ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਸੀ ਫਿਰ ਉਹਦਾ ਕੰਡਕਟ ਜਿਹੜਾ ਸੀ ਇਰੈਲੇਵੈਂਟ ਸੀ। ਇਸ ਕਰਕੇ ਇਨਵੈਸਟੀਗੇਸ਼ਨ ਜਿੱਥੋਂ ਤੱਕ ਮੈਂ ਪੜ੍ਹਿਆ ਸਾਰਾ ਉਹ ਜਜਮੈਂਟ ਜਾਂ ਪੇਪਰਸ, ਇਨਵੈਸਟੀਗੇਸ਼ਨ ਉਹਨੇ ਫੇਰ ਕੀਤੀ ਹੈ, ਲੀਗਲ ਕੀਤੀ ਹੈ, ਓਨੈਸਟਲੀ ਕੀਤੀ ਹੈ।
ਇਹ ਉਹਨੂੰ ਕ੍ਰੈਡਿਟ ਜਾਣਾ ਚਾਹੀਦਾ ਸੀ ਜਿਹੜਾ ਹੈ। ਤਦੇ ਹੀ ਉਹ ਜਿਹੜਾ ਹੈ ਉਹਨੇ ਵੇਖਿਆ ਵੀ ਮੈਨੂੰ ਕ੍ਰੈਡਿਟ ਦੀ ਜਗ੍ਹਾ ਡਿਸਕ੍ਰੈਡਿਟ ਆ ਗਿਆ, ਮੇਰੇ ਤੇ ਕਮੈਂਟ ਹੋ ਗਏ, ਮੇਰਾ ਕੰਡਕਟ ਜਿਹੜਾ ਕੰਡੈਮ ਕੀਤਾ ਗਿਆ ਉਹਦੀ ਜ਼ਮੀਰ ਨਹੀਂ ਆ ਗਈ ਤੇ ਉਹ ਰਿਜ਼ਾਈਨ ਕਰ ਗਿਆ। ਤੇ ਸਾਡੀ ਗੱਲਬਾਤ ਸੁਣੀਏ ਸਾਡਾ ਮੌਜੂਦ ਸੰਗ ਅਮਰ ਸਿੰਘ ਚਹਿਲ ਜੋ ਕਿ ਵਕੀਲ ਨੇ। ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਸਾਫ਼ ਹੋਈਆਂ ਨੇ ਤੇ ਕੁਝ ਗੱਲਾਂ ਹੱਲੇ ਵੀ ਧੁੰਦਲੀਆਂ ਨੇ। ਸਾਡਾ ਪਹਿਲਾਂ ਕਿ 6 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ, ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਚਲਾਨ ਪੇਸ਼ ਕੀਤਾ ਸੀ ਤੇ ਕੋਰਟ ਨੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਹੁਣ ਸਿੱਟ ਦਾ ਹਿੱਸਾ ਨਹੀਂ ਰਹਿਣਗੇ ਤਾਂ ਨਵੀਂ ਸਿੱਟ ਬਣਾਈ ਜਾਵੇ ਤਾਂ 6 ਮਹੀਨੇ ਦੇ ਵਿੱਚ ਇਸ ਦਾ ਕੋਈ ਮੁਕੰਮਲ ਅੰਜਾਮ ਤੇ ਲਿਜਾਇਆ ਜਾਵੇ ਇਸ ਨੂੰ। ਪਰ ਹੁਣ ਸਿੱਟ ਕਦੋਂ ਬਣੇਗੀ, ਕਦੋਂ 6 ਮਹੀਨੇ ਵਿੱਚ ਹੋਗੀ ਇਨਕੁਆਇਰੀ ਕਿ ਨਹੀਂ ਹੋਊਗੀ ਤਾਂ ਸਮਾਂ ਦੱਸੂਗਾ। ਪਰ 6 ਸਾਲ ਤੋਂ ਤਾਂ ਇਨਸਾਫ ਮਿਲਿਆ ਨਹੀਂ। ਜਿਵੇਂ ਹੁਣ ਐਡਵੋਕੇਟ ਅਮਰ ਸਿੰਘ ਜੀ ਨੇ ਕਿਹਾ ਕਿ ਬਹੁਤ ਔਖਾ ਲੱਗਦਾ ਹੈ, ਕਿਤੇ ਨਾ ਕਿਤੇ ਨਾ ਸੌਖਾ ਹੁਣ ਇਨਸਾਫ ਲੈਣਾ ਨਹੀਂ ਹੋ ਗਿਆ, ਬਹੁਤ ਸਮਾਂ ਲੱਗ ਸਕਦਾ, ਸ਼ਾਇਦ ਹੋ ਸਕਦਾ ਮਿਲੇ ਵੀ ਨਾ। ਤਾਂ ਇਨਸਾਫ ਦੀ ਜਦੋਂ ਗੱਲ ਕਰਦੇ ਹਾਂ ਕੋਰਟ ਕਚਹਿਰੀਆਂ ਦੇ ਚੱਕਰ ਤਾਂ ਕੱਟਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਲੰਮਾ ਸਮਾਂ ਨਿਕਲ ਜਾਂਦਾ, ਕਿਸੇ ਨੂੰ ਇਨਸਾਫ ਮਿਲਦਾ ਕਿਸੇ ਨੂੰ ਨਹੀਂ ਮਿਲਦਾ। ਇਹ ਮਾਮਲਾ ਧਾਰਮਿਕ ਪੱਖੋਂ ਵੀ ਜੁੜਿਆ ਹੋਇਆ ਸੀ। ਪੰਥਕ ਜੋ ਲਹਿਰਾਂ ਸੀ ਜਾਂ ਪੰਥਕ ਵਾਲੇ ਵਿਅਕਤੀ ਸੀ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਇਨਸਾਫ ਮਿਲਣਾ ਚਾਹੀਦਾ। ਬਾਦਲਾਂ ਦਾ ਪਰਿਵਾਰ ਦਾ ਵੀ ਨਾਮ ਆਉਂਦਾ ਜਾਂ ਵਿੱਚੋਂ ਦੀ, ਪਰ ਅਕਿਊਜ਼ ਨੇ ਕਿਤੇ ਵੀ ਮੰਨਿਆ ਗਿਆ। ਸਵਾਲ ਬਹੁਤ ਨੇ, ਕਿਤੇ ਨਾ ਕਿਤੇ ਜਵਾਬਦੇਹੀ ਤਾਂ ਬਣਦੀ ਹੈ, ਪਰ ਜਵਾਬ ਦੇਊਗਾ ਕਿਉਂ ਨਹੀਂ ਚੀਜ਼ਾਂ ਦਾ। ਕੁੰਵਰ ਵਿਜੇ ਪ੍ਰਤਾਪ ਹੁਣ ਉਹਨਾਂ ਨੇ ਇਸਤੀਫਾ ਦੇ ਦਿੱਤਾ, ਰਿਜ਼ਾਈਨ ਕਰ ਦਿੱਤਾ। ਨਵੀਂ ਸਿੱਟ ਦੇਖਾਂਗੇ ਹੁਣ ਕੀ ਕਰੂਗੀ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।